ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਵੀਡੀਓ ਰਾਹੀਂ ਅਸੀਂ ਕਰਨ ਜਾ ਰਹੇ ਹਾਂ ਵੀਕਲੀ ਰਿਵੀਜ਼ਨ ਕੁਇਜ਼ ਪੈਸ ਨਾਲ ਸੰਬੰਧਿਤ 10ਵੀਂ ਦੇ ਕੁਇਜ਼ ਦਾ ਹੱਲ। ਸੋ ਆਓ ਕਰੀਏ। ਪਹਿਲਾ ਮੈਥ ਦਾ ਭਾਗ ਹੈ। ਦੋ ਘਾਤੀ ਸਮੀਕਰਨ 5x ਦੀ ਸਕੁਏਅਰ -4x + 5 = 0 ਦੇ ਮੂਲਾਂ ਦੀ ਪ੍ਰਕਿਰਤੀ ਹੈ। ਵਾਸਤਵਿਕ ਅਤੇ ਸਮਾਨ, ਵਾਸਤਵਿਕ ਅਤੇ ਅਸਮਾਨ, ਵਾਸਤਵਿਕ ਨਹੀਂ, ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਉੱਤਰ ਹੈ ਵਾਸਤਵਿਕ ਨਹੀਂ। ਅਗਲਾ ਪ੍ਰਸ਼ਨ, ਦਿੱਤੀ ਸਮੀਕਰਨ x - 2 ਹੋਲ ਦੀ ਸਕੁਏਅਰ + 1 = 2x - 3 ਇੱਕ ਡੈਸ਼ ਹੈ। ਰੇਖੀ ਸਮੀਕਰਨ, ਦੋ ਘਾਤੀ ਸਮੀਕਰਨ, ਤਿੰਨ ਘਾਤੀ ਸਮੀਕਰਨ ਜਾਂ ਚਾਰ ਘਾਤੀ ਸਮੀਕਰਨ। ਇਹ ਦੋ ਘਾਤੀ ਸਮੀਕਰਨ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਹੁਣ। ਸਮੀਕਰਨ 2x ਦੀ ਸਕੁਏਅਰ + kx + 3 = 0 ਦੇ ਦੋਵੇਂ ਮੂਲ ਸਮਾਨ ਹਨ। ਇਸ ਲਈ k ਦਾ ਮੁੱਲ ਪਤਾ ਕਰੋ। ਇਸ ਦੇ ਵਿੱਚ ਵੀ ਚਾਰ ਆਪਸ਼ਨ ਦਿੱਤੇ ਗਏ ਨੇ, ਤੁਸੀਂ ਇਹਨਾਂ ਨੂੰ ਵਿਚਾਰ ਕੇ ਉੱਤਰ ਦੇ ਸਕਦੇ ਹੋ। ਅੱਗੇ ਚੌਥਾ ਪ੍ਰਸ਼ਨ, ਇਹਨਾਂ ਵਿੱਚੋਂ ਕਿਹੜਾ ਬੋਲਕ ਪਤਾ ਕਰਨ ਦਾ ਸੂਤਰ ਹੈ? ਆਊਟ ਆਫ ਥੀਜ਼ ਵਿਚ ਇਜ਼ ਦਾ ਫਾਰਮੂਲਾ ਫॉर ਡਿਟਰਮਿਨਿੰਗ ਮੋਡ? ਮੋਡ ਦਾ ਫਾਰਮੂਲਾ ਦੱਸਣਾ ਹੈ ਤੁਸੀਂ। ਇਹਨਾਂ ਆਪਸ਼ਨਾਂ ਨੂੰ ਵਿਚਾਰੋ। ਤਿੰਨ ਮੱਧਿਕਾ -2 ਮੱਧਮਾਨ। ਸੋ ਅਗਲਾ ਪ੍ਰਸ਼ਨ, x + 3 x + 6 x + 9 ਅਤੇ x + 12 ਦਾ ਅੰਕ ਗਣਿਤਕ ਮੱਧਮਾਨ 10 ਹੈ ਤਾਂ x ਦਾ ਮੁੱਲ ਪਤਾ ਕਰੋ। ਸੋ ਅਰਥਮੈਟਿਕ ਮੀਨ ਫਾਈਂਡ ਆਊਟ ਕਰਨਾ ਹੈ ਇਸ ਦਾ। ਸੋ ਵੀਡੀਓ ਪੌਜ਼ ਕਰਕੇ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਸੋ ਇਸ ਦਾ ਉੱਤਰ ਹੈ 4। ਅਗਲਾ ਪ੍ਰਸ਼ਨ, ਬਿਜਲੀ ਧਾਰਾ ਦੀ SI ਇਕਾਈ ਕੀ ਹੈ? ਇਹਨਾਂ ਆਪਸ਼ਨਸ ਤੋਂ ਚੁਣ ਸਕਦੇ ਹੋ। ਵੋਲਟ ਹੈ, ਕੁਲਾਮ ਹੈ, ਓਹਮ ਹੈ ਜਾਂ ਐਂਪੀਅਰ ਹੈ। ਐਂਪੀਅਰ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਇੱਕ ਪਰਮਾਣੂ ਦੀ ਇਲੈਕਟ੍ਰੋਨੀ ਤਰਤੀਬ 2 8 1 ਹੈ। ਇਸ ਤੱਤ ਦਾ ਪਰਮਾਣੂ ਅੰਕ ਡੈਸ਼ ਅਤੇ ਸੰਕੇਤ ਡੈਸ਼ ਹੈ। ਇਹਨਾਂ ਆਪਸ਼ਨ ਵਿੱਚੋਂ ਤੁਸੀਂ ਚੁਣ ਕੇ ਦੱਸ ਸਕਦੇ ਹੋ ਇਸ ਦਾ ਉੱਤਰ ਕੀ ਹੋ ਸਕਦਾ ਹੈ। 10 Ne, 7 N, 17 Cl ਜਾਂ 11 Na। 17 Cl। ਅਗਲਾ ਪ੍ਰਸ਼ਨ, ਈਥੇਨ ਦਾ ਅਣਵੀ ਸੂਤਰ C2H6 ਹੈ ਜਿਸ ਵਿੱਚ ਡੈਸ਼। ਇਹਨਾਂ ਆਪਸ਼ਨ ਵਿੱਚੋਂ ਚੁਣ ਕੇ ਤੁਸੀਂ ਇਹਦਾ ਉੱਤਰ ਦੇ ਸਕਦੇ ਹੋ। 6 ਸਹਿਸੰਯੋਜਕ ਬੰਧਨ ਹਨ ਜਾਂ ਹੋਰ ਕੋਈ ਉੱਤਰ ਹੋਏਗਾ। ਸੱਤ ਸਹਿਸੰਯੋਜਕ ਬੰਧਨ ਹਨ। ਸੋ ਇਹ ਉਸਦਾ ਉੱਤਰ ਸੀਗਾ। ਅਗਲੇ ਪ੍ਰਸ਼ਨ ਤੇ, ਆਧੁਨਿਕ ਆਵਰਤੀ ਸਾਰਣੀ ਅਨੁਸਾਰ ਪੀਰੀਅਡ ਵਿੱਚ ਉੱਪਰ ਤੋਂ ਥੱਲੇ ਜਾਂਦੇ ਹੋਏ ਤੱਤਾਂ ਦਾ ਪਰਮਾਣੂ ਆਕਾਰ ਡੈਸ਼ ਵੱਧਦਾ ਹੈ, ਘਟਦਾ ਹੈ, ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਵੱਧਦਾ ਹੈ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਹੁਣ। ਵਸਤੂ ਨੂੰ ਉੱਤਲ ਲੈਂਸ ਸਾਹਮਣੇ ਕਿਸ ਸਥਿਤੀ ਵਿੱਚ ਰੱਖਿਆ ਜਾਵੇ ਤਾਂ ਜੋ ਪ੍ਰਤੀਬਿੰਬ ਆਭਾਸੀ ਅਤੇ ਸਿੱਧਾ ਬਣੇ? F ਉੱਤੇ, F ਅਤੇ 0 ਵਿਚਕਾਰ, F ਅਤੇ O ਵਿਚਕਾਰ, C ਅਤੇ F ਵਿਚਕਾਰ, ਅਨੰਤ ਉੱਤੇ।
ਇਸ ਦਾ ਉੱਤਰ ਹੈ F ਅਤੇ O ਵਿਚਕਾਰ। ਅੱਗੇ ਹੁਣ ਇੱਕ ਪੈਰਾਗ੍ਰਾਫ ਹੈ, ਇਸ ਨੂੰ ਪੜ੍ਹਨ ਤੋਂ ਬਾਅਦ ਇਸ ਦੇ ਆਧਾਰ 'ਤੇ 5 ਪ੍ਰਸ਼ਨ ਪੁੱਛੇ ਗਏ ਹਨ, ਸੋ ਤੁਸੀਂ ਉਹਨਾਂ ਦੇ ਉੱਤਰ ਦੇਣੇ ਹਨ। ਸੋ ਆਓ ਇਸ ਨੂੰ ਪੜ੍ਹੀਏ। Read the following passage and answer the question 11 to 15. New Delhi. The next time you suddenly start wheezing or sneezing and suspect it is the ice cream you just ate, think again. It may in fact be something as routine as air you are breathing. A survey was conducted jointly by Center of Science and Environment and Indian Council of Medical Research in India and South Asia. It was found that air pollution is now the 5th largest killer in India. After high blood pressure, indoor air pollution, tobacco smoking, and poor nutrition, out of 180 cities monitored for the survey, close to the half of the total urban population in India and South Asia breathes air which exceed the permissible limit of PM10. One third of urban Indians are living in such critical polluted areas. No one can escape the effect of toxic air, hence there is a need to act urgently. ਸੋ ਇਹ ਪੈਰਾਗ੍ਰਾਫ ਸੀਗਾ, ਇਸ ਨੂੰ ਪੜ੍ਹ ਕੇ ਵਿਚਾਰ ਕੇ ਹੀ ਇਸ ਦੇ ਆਧਾਰ 'ਤੇ ਪੁੱਛੇ ਉੱਤਰ ਦਿੱਤੇ ਜਾ ਸਕਦੇ ਨੇ। ਦ ਫਸਟ ਕੁਐਸਚਨ ਇਜ਼ ਦ ਪੈਸੇਜ ਇਜ਼ ਅਬਾਊਟ ਡੈਸ਼ ਏਅਰ ਪੋਲਿਊਸ਼ਨ, critical ill population, reports of various surveys, effect of eating ice cream. Air pollution. Next question. Wheezing and sneezing may be caused by eating ice cream, inhaling toxic air, both of these, poor nutrition. So the answer is inhaling toxic air. Next question. Which of the following statement is true? All Indians are critically impacted by air pollution. Only people living in urban areas are affected by air pollution. One third of people living in urban areas are affected by air pollution. Only people living in the areas are impacted by the pollution. One third of people living in the urban areas are affected by air pollution. So next statement, which of the following statement is not true? 180 cities were monitored for the survey. Pollution is the one of the major killers in India. The air which exceed PM10 limit is dangerous. Almost half of the Indian population breathes polluted air. Not correct statement is pollution is one of the major killer in India. The word exceeds as used in the passage implies something which is more than, less than, the least, the most. More than. अब चलते हैं हिंदी की ओर। राजेंद्र बाबू को लेखिका ने पहली बार कहाँ देखा? राष्ट्रपति भवन में, उनके घर पर, छात्रावास में, रेलवे स्टेशन पर। रेलवे स्टेशन पर। अगले प्रश्न की ओर चलते हैं। वृद्ध व्यक्ति तुर्की के राष्ट्रपति कमाल पाशा के लिए कौन सा उपहार लाया था? रंगीन सुतलियों से बनी खाट, पा भर शहद, चटाई और मोती। पा भर शहद।
राजा वेश बदलकर पहली बार कार्यालय कब गए थे? 4 तारीख को, 2 तारीख को, 3 तारीख को, 31 तारीख को। इसका उत्तर है 2 तारीख को। अगला प्रश्न है, भ्रष्टाचार शब्द का उचित पर्यायवाची शब्द बताएं। सुशीलता, नेक चलनी, बेईमानी, शीलाचार। इसका उत्तर है बेईमानी। वातावरण का उचित संधि विच्छेद बताएं। इन 4 विकल्पों में से एक चुन सकते हैं। वात प्लस आवरण, पंजाबी भाग होण। व्याकरणिक नियमां अनुसार सही वाक चुनो। सो 4 वाक ਇਹਦੇ ਵਿੱਚ ਦਿੱਤੇ ਗਏ ਨੇ। ਸੋ ਇਹਨਾਂ ਨੂੰ ਨਿਯਮਾਂ ਦੀ ਕਸਵੱਟੀ 'ਤੇ ਪਰਖ ਕੇ ਦੱਸਣਾ ਹੈ ਕਿ ਕਿਹੜਾ ਵਾਕ ਇਹਨਾਂ ਵਿੱਚੋਂ ਠੀਕ ਹੈ। व्याकरणिक नियम अनुसार सही वाक चुनना है। हाँ जी, ये वाक ठीक है। वो बलकार बाहर, सो वाक तो सारे ਉਹੀ ਨੇ। ਅਗਲਾ, ਤੁਹਾਡੇ ਘਰ ਦੇ ਨਜ਼ਦੀਕ ATM ਖਰਾਬ ਹੋ ਗਿਆ ਹੈ, ਤੁਸੀਂ ਇਸ ਸੰਬੰਧੀ ਕਿਸ ਨੂੰ ਪੱਤਰ ਲਿਖੋਗੇ? ਥਾਣਾ ਮੁਖੀ ਨੂੰ, ਡਿਪਟੀ ਕਮਿਸ਼ਨਰ ਨੂੰ, ਸੰਬੰਧਿਤ ਬੈਂਕ ਦੇ ਮੈਨੇਜਰ ਨੂੰ ਜਾਂ ਕਿਸੇ ਵੀ ਬੈਂਕ ਦੇ ਮੈਨੇਜਰ ਨੂੰ। ਇਸ ਦਾ ਉੱਤਰ ਹੈ ਸੰਬੰਧਿਤ ਬੈਂਕ ਦੇ ਮੈਨੇਜਰ ਨੂੰ। ਸ਼ੁੱਧ ਸ਼ਬਦ ਜੋੜ ਵਾਲਾ ਵਾਕ ਚੁਣੋ। ਸੋ ਇਹ ਸ਼ਬਦ ਜੋੜ ਹੈ, ਇਸ ਨੂੰ ਸੁਪਾਰਨ ਦੀ ਲੋੜ ਨਹੀਂ ਹੈ। ਤੁਸੀਂ ਇਸ ਨੂੰ ਦੇਖ ਕੇ ਇਹਨਾਂ ਵਿੱਚੋਂ ਸਹੀ ਸ਼ਬਦ ਜੋੜ ਵਾਲਾ ਵਾਕ ਚੁਣ ਸਕਦੇ ਹੋ ਅਤੇ ਆਪਣਾ ਉੱਤਰ ਮਿਲਾ ਸਕਦੇ ਹੋ। ਇਸ ਦਾ ਉੱਤਰ ਹੈ ਕੁੜੀਆਂ ਗਿੱਧਾ ਪਾ ਰਹੀਆਂ ਸਨ। ਇਹ ਸਹੀ ਸ਼ਬਦ ਜੋੜਾਂ ਵਾਲਾ ਵਾਕ ਹੈ। ਸੋਸ਼ਲ ਮੀਡੀਆ ਬਾਰੇ ਕਿਹਾ ਜਾ ਸਕਦਾ ਹੈ, ਸੋਸ਼ਲ ਮੀਡੀਆ ਤੋਂ ਸਮਾਜ ਨੂੰ ਸਿਰਫ ਲਾਭ ਹੀ ਮਿਲਦਾ ਹੈ, ਨੁਕਸਾਨ ਕੋਈ ਨਹੀਂ। ਸੋਸ਼ਲ ਮੀਡੀਆ ਦਾ ਕੋਈ ਫਾਇਦਾ ਨਹੀਂ, ਸਗੋਂ ਇਸ ਕਰਕੇ ਨੌਜਵਾਨ ਵਿਹਲੇ ਰਹਿੰਦੇ ਹਨ। ਜੇ ਸੋਸ਼ਲ ਮੀਡੀਆ ਲੜਾਈ ਅਤੇ ਵਿਹਲਿਆਂ ਦਾ ਘਰ ਹੈ। ਜੇਕਰ ਸੋਸ਼ਲ ਮੀਡੀਆ ਦੀ ਸਹੀ ਅਤੇ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਸਮਾਜ ਲਈ ਲਾਹੇਵੰਦ ਹੈ। ਸੋਸ਼ਲ ਮੀਡੀਆ ਦੀ ਸਹੀ ਅਤੇ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਸਮਾਜ ਲਈ ਲਾਹੇਵੰਦ ਹੈ। ਅਗਲਾ, ਸਹੀ ਭਾਵ ਅਰਥ ਚੁਣੋ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੇ ਸਗਲ ਜਗਤ। ਇਸ ਦਾ ਭਾਵ ਅਰਥ ਚੁਣਨਾ ਹੈ। ਹਵਾ ਪਾਣੀ ਅਤੇ ਧਰਤੀ ਮਨੁੱਖ ਦੀ ਜਾਇਦਾਦ ਹੈ। ਦਿਨ ਅਤੇ ਰਾਤ ਦਾ ਬਣਨਾ ਮਨੁੱਖ ਦੇ ਹੱਥ ਵਿੱਚ ਹੈ। ਹਵਾ ਪਾਣੀ ਅਤੇ ਧਰਤੀ ਸਤਿਕਾਰਯੋਗ ਹਨ, ਦਿਨ ਅਤੇ ਰਾਤ ਪਾਲਣਹਾਰ ਹਨ, ਉਪਰੋਕਤ ਸਾਰੇ ਨਹੀਂ ਹਨ, ਸਹੀ ਹਨ। ਸੋ ਹਵਾ ਪਾਣੀ ਅਤੇ ਧਰਤੀ ਸਤਿਕਾਰਯੋਗ ਹਨ, ਦਿਨ ਅਤੇ ਰਾਤ ਪਾਲਣਹਾਰ ਹਨ। ਜੈਸਮੀਨ ਦੇ ਪਿਤਾ ਇੱਕ ਫੌਜੀ ਹਨ। ਉਹ ਸ਼੍ਰੀਨਗਰ ਵਿੱਚ ਤੈਨਾਤ ਹਨ, ਪਰ ਕੁਝ ਦਿਨ ਪਹਿਲਾਂ ਉਹਨਾਂ ਦੀ ਬਦਲੀ ਕੰਨਿਆ ਕੁਮਾਰੀ ਵਿਖੇ ਹੋ ਗਈ। ਸ਼੍ਰੀਨਗਰ ਤੋਂ ਕੰਨਿਆ ਕੁਮਾਰੀ ਜਾਣ ਲਈ ਉਹਨਾਂ ਨੂੰ ਕਿੰਨੀ ਦੂਰੀ ਤੈਅ ਕਰਨੀ ਪਏਗੀ? ਸੋ ਇਹਨਾਂ 4 ਆਪਸ਼ਨਸ ਤੋਂ ਦੱਸਿਆ ਜਾ ਸਕਦਾ ਹੈ ਸ਼੍ਰੀਨਗਰ ਤੋਂ ਕੰਨਿਆ ਕੁਮਾਰੀ ਦੀ ਕਿੰਨੀ ਦੂਰੀ ਹੈ। 2933 ਕਿਲੋਮੀਟਰ। ਸੋ ਅਗਲੇ ਪ੍ਰਸ਼ਨ 'ਤੇ ਚਲੀਏ। 2 ਦੋਸਤ ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣ ਲਈ ਲਾਈਨ ਵਿੱਚ ਖੜ੍ਹੇ ਸਨ। ਬਹੁਤ ਜ਼ਿਆਦਾ ਭੀੜ ਸੀ। ਇੱਕ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸੰਸਾਰ ਦੀ ਸਭ ਤੋਂ ਵੱਧ ਜਨਸੰਖਿਆ ਹੈ। ਦੂਸਰੇ ਨੇ ਕਿਹਾ ਨਹੀਂ, ਅਸੀਂ ਜਨਸੰਖਿਆ ਦੇ ਹਿਸਾਬ ਨਾਲ 10ਵੇਂ ਨੰਬਰ 'ਤੇ ਆਉਂਦੇ ਹਾਂ। ਤਾਂ ਤੁਹਾਡੇ ਹਿਸਾਬ ਨਾਲ ਕਿਹੜਾ ਜਵਾਬ ਸਹੀ ਹੈ?
ਦੋਨੇ ਉੱਤਰ ਗਲਤ ਹਨ। ਸੁਖਮਨੀ ਕਚਹਿਰੀ ਵਿੱਚ ਕਿਸੇ ਜ਼ਰੂਰੀ ਕੰਮ ਦੇ ਲਈ ਗਈ। ਉੱਥੇ ਉਸਨੂੰ ਰਾਸ਼ਟਰੀ ਭਾਸ਼ਾ ਵਿੱਚ ਫਾਰਮ ਭਰਨ ਲਈ ਕਿਹਾ ਗਿਆ। ਉਸਨੇ ਹੇਠ ਲਿਖੀਆਂ ਭਾਸ਼ਾਵਾਂ ਵਿੱਚੋਂ ਕਿਸ ਵਿੱਚ ਫਾਰਮ ਭਰਿਆ ਹੋਵੇਗਾ? ਪੰਜਾਬੀ, ਅੰਗਰੇਜ਼ੀ, ਹਿੰਦੀ ਜਾਂ ਉਰਦੂ? ਸੋ ਇਸ ਦਾ ਉੱਤਰ ਵਿਚਾਰੀਏ। ਇਸ ਦਾ ਉੱਤਰ ਹੈ ਹਿੰਦੀ। ਮੇਰੇ ਨਾਮ ਦੀ ਬਹੁਤ ਲੰਬੀ ਕਹਾਣੀ ਹੈ। ਕਦੀ ਮੈਨੂੰ ਆਰਿਆਵਰਤ ਕਿਹਾ ਗਿਆ, ਕਦੀ ਭਾਰਤ, ਕਦੀ ਇੰਡੀਆ ਅਤੇ ਕਦੀ ਹਿੰਦੁਸਤਾਨ। ਕੀ ਤੁਸੀਂ ਜਾਣਦੇ ਹੋ ਕਿ ਸ਼ਬਦ ਹਿੰਦੂ ਕਿਹਨਾਂ ਲੋਕਾਂ ਲਈ ਵਰਤਿਆ ਜਾਂਦਾ ਸੀ? ਆਰੀਆ, ਯੂਨਾਨੀ, ਰੋਮਨ ਜਾਂ ਈਰਾਨੀ? ਆਰਿਆ। ਇਸ ਦਾ ਉੱਤਰ ਹੈ ਆਰਿਆ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਜਪੁਜੀਤ ਭਾਰਤ ਦੇ ਉਸ ਰਾਜ ਵਿੱਚ ਜਾਂਦਾ ਹੈ ਜਿਸ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਰਹਿੰਦੇ ਹਨ। ਉਸ ਰਾਜ ਦਾ ਨਾਮ ਦੱਸੋ। ਹਰਿਆਣਾ, ਪੰਜਾਬ, ਉੜੀਸਾ ਜਾਂ ਕੇਰਲ? ਇਸ ਦਾ ਉੱਤਰ ਹੈ ਕੇਰਲ। ਸੋ ਆ ਸੀ 10ਵੀਂ ਜਮਾਤ ਦੇ PAS ਰਿਵੀਜ਼ਨ ਟੈਸਟ ਦਾ ਹੱਲ। ਸੋ ਇਹੋ ਜਿਹੀਆਂ ਵੀਡੀਓ ਲੈ ਕੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਲਈ ਸ਼ੁਕਰੀਆ, ਮਿਹਰਬਾਨੀ।